11ਵੀਂ ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਆਪਾਂ ਇਤਿਹਾਸ ਦਾ ਪਾਠ ਨੰਬਰ 5 ਗੁਪਤਕਾਲ ਕਰ ਰਹੇ ਹਾਂ ਔਰ ਇਸ ਦੇ ਆਪਾਂ ਜਿਹੜੇ ਕਾਫੀ ਸਾਰੇ ਪ੍ਰਸ਼ਨ ਕਰ ਲਏ ਹਨ। ਅੱਜ ਆਪਾਂ ਇਸ ਪਾਠ ਦੇ ਜਿਹੜੇ ਬਾਕੀ ਰਹਿੰਦੇ ਪ੍ਰਸ਼ਨ ਕਰਦੇ ਹਾਂ। ਤਾਂ ਉਹ ਬੇਟੇ ਪ੍ਰਸ਼ਨਾਂ ਦੇ ਵਿੱਚੋਂ ਸਭ ਤੋਂ ਜਿਹੜੇ ਮਹੱਤਵਪੂਰਨ ਪ੍ਰਸ਼ਨ ਹੈਗੇ ਆ, ਉਹਦੇ ਵਿੱਚੋਂ ਕੁਸ਼ਾਣ ਸ਼ਾਸਕਾਂ ਦੇ ਬਾਰੇ ਆਪਾਂ ਪੜ੍ਹਾਂਗੇ। ਕੁਸ਼ਾਣ ਸ਼ਾਸਕਾਂ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ। ਤਾਂ ਬਹੁਤ ਸਮਾਂ ਪਹਿਲਾਂ ਮੱਧ ਏਸ਼ੀਆ ਵਿੱਚ ਜੂਚੀ ਨਾਮੀ ਜਾਤੀ ਵਸੀ ਹੋਈ ਸੀ। ਕੁਸ਼ਾਣ ਕਿਸੇ ਜੂਚੀ ਜਾਤੀ ਦੇ ਇੱਕ ਸ਼ਾਖਾ ਸੀ। ਇਸ ਵੰਸ਼ ਦੇ ਲੋਕਾਂ ਨੇ ਭਾਰਤ ਵਿੱਚ ਇੱਕ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕੀਤਾ। ਕੁਸ਼ਾਣ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਨਿਸ਼ਕ ਸੀ। ਉਹ ਸੰਭਵ ਰੂਪ ਵਿੱਚ 120 ਈਸਵੀ ਵਿੱਚ ਸਿੰਘਾਸਨ 'ਤੇ ਬੈਠਾ ਸੀ। ਕਨਿਸ਼ਕ ਨੇ ਕਸ਼ਮੀਰ, ਪੰਜਾਬ, ਮਥੁਰਾ ਅਤੇ ਮਗਧ ਦੇ ਜਿੱਤ ਪ੍ਰਾਪਤ ਕੀਤੀ। ਉਸਨੇ ਚੀਨ 'ਤੇ ਹਮਲਾ ਕਰਕੇ ਖੁਤਾਨ ਦਾ ਜ਼ਾਰਕੰਦ ਨੂੰ ਆਪਣੇ ਸਾਮਰਾਜ ਦਾ ਅੰਗ ਬਣਾ ਲਿਆ। ਇਸ ਤਰ੍ਹਾਂ ਉਸ ਦਾ ਰਾਜ ਉੱਤਰ ਵਿੱਚ ਬੁਖਾਰਾ ਤੋਂ ਲੈ ਕੇ ਦੱਖਣ ਵਿੱਚ ਜਮਨਾ ਨਦੀ ਤੱਕ ਫੈਲ ਗਿਆ ਅਤੇ ਪੂਰਬ ਵਿੱਚ ਬਨਾਰਸ ਤੋਂ ਲੈ ਕੇ ਪੱਛਮ ਵਿੱਚ ਅਫਗਾਨਿਸਤਾਨ ਤੱਕ ਫੈਲ ਗਿਆ। ਕੁਸ਼ਾਣ ਸ਼ਾਸਕਾਂ ਨੇ ਭਾਰਤ ਵਿੱਚ ਰਹਿ ਕੇ ਪੂਰੀ ਤਰ੍ਹਾਂ ਆਪਣਾ ਭਾਰਤੀਕਰਨ ਕਰ ਲਿਆ। ਕਨਿਸ਼ਕ ਦੁਆਰਾ ਬੁੱਧ ਧਰਮ ਨੂੰ ਅਪਣਾਉਣਾ ਇਸ ਗੱਲ ਦਾ ਬਹੁਤ ਵੱਡਾ ਸਬੂਤ ਹੈ। ਤਾਂ ਇਹ ਬੇਟੇ ਕੁਸ਼ਾਣ ਸ਼ਾਸਕਾਂ ਬਾਰੇ ਪੜ੍ਹਿਆ ਗਿਆ। ਸਾਤਵਾਹਨ ਰਾਜਿਆਂ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ। ਤਾਂ ਸਾਤਵਾਹਨ ਰਾਜੇ ਬੇਟੇ ਸੀ ਜਿਹੜੇ ਰਾਜੇ ਪੱਛਮ ਦੱਖਣ ਵਿੱਚ ਰਾਜ ਕਰਦੇ ਸਨ। ਸ਼ਾਇਦ ਮੁੱਢਲੇ ਸਾਤਵਾਹਨ ਮੌਰੀਆ ਸਾਮਰਾਜ ਦੇ ਅਧੀਨ ਕੰਮ ਕਰਦੇ ਸਨ। ਅਸ਼ੋਕ ਦੀ ਮੌਤ ਬਾਅਦ ਇਹਨਾਂ ਨੂੰ ਆਪਣੀ ਸੁਤੰਤਰ ਸੱਤਾ ਸਥਾਪਿਤ ਕਰ ਲਈ। ਇਸ ਵੰਸ਼ ਦੇ ਰਾਜਾ ਸਾਤਕਰਨੀ ਨੇ ਆਪਣੀ ਸ਼ਕਤੀ ਦਾ ਕਾਫੀ ਵਿਸਤਾਰ ਕੀਤਾ। ਉਸਨੇ ਮਗਧ ਦੇ ਸ਼ੁੰਗ ਵੰਸ਼ ਤੋਂ ਮਾਲਵਾ ਦਾ ਪ੍ਰਦੇਸ਼ ਖੋਹ ਲਿਆ। ਈਸਾ ਦੀ ਪਹਿਲੀ ਸਦੀ ਵਿੱਚ ਪੱਛਮ ਦੱਖਣ ਉੱਤੇ ਸ਼ਕਾਂ ਨੇ ਕਬਜ਼ਾ ਕਰ ਲਿਆ। ਇਸ ਲਈ ਸਾਤਵਾਹਨ ਰਾਜਿਆਂ ਨੇ ਪੂਰਬ ਦੇ ਪ੍ਰਦੇਸ਼ਾਂ ਨੂੰ ਜਿੱਤ ਕੇ ਇਸ ਹਾਨੀ ਨੂੰ ਪੂਰਾ ਕੀਤਾ। ਇਹ ਪ੍ਰਦੇਸ਼ ਉਹਨਾਂ ਦੇ ਨਾਂ ਉੱਤੇ ਹੀ ਬਾਅਦ ਵਿੱਚ ਆਂਧਰਾ ਪ੍ਰਦੇਸ਼ ਦੇ ਨਾਂ ਨਾਲ ਪ੍ਰਸਿੱਧ ਹੋਇਆ। ਦੂਸਰੀ ਸਦੀ ਈਸਵੀ ਵਿੱਚ ਪੂਰਬ ਵਿੱਚ ਸਾਤਵਾਹਨ ਵੰਸ਼ ਵਿੱਚ ਇੱਕ ਹੋਰ ਪਰਾਕਰਮੀ ਰਾਜਾ ਹੋਇਆ ਜਿਸ ਦਾ ਨਾਂ ਗੌਤਮੀ ਪੁੱਤਰ ਸਾਤਕਰਨੀ ਸੀ। ਉਸ ਨੇ ਪੱਛਮੀ ਦੱਖਣੀ ਤੋਂ ਸ਼ਕਾਂ ਨੂੰ ਬਾਹਰ ਕੱਢ ਦਿੱਤਾ। ਈਸਾ ਦੀ ਦੂਸਰੀ ਸਦੀ ਦੇ ਉੱਤਰ ਅਰਧ ਵਿੱਚ ਸਾਤਵਾਹਨ ਰਾਜ ਵਿੱਚ ਪੱਛਮੀ ਦੱਖਣ ਤੋਂ ਕਾਠਿਆਵਾੜ ਤੋਂ ਲੈ ਕੇ ਆਂਧਰਾ ਪ੍ਰਦੇਸ਼ ਵਿੱਚ ਕ੍ਰਿਸ਼ਨਾ ਨਦੀ ਤੱਕ ਫੈਲ ਗਿਆ। ਸਾਤਵਾਹਨਾਂ ਨੇ ਕੁੱਲ ਮਿਲਾ ਕੇ ਲਗਭਗ 450 ਸਾਲਾਂ ਤੱਕ ਸ਼ਾਸਨ ਕੀਤਾ। ਇਸ ਤੋਂ ਬਾਅਦ ਉਹਨਾਂ ਦਾ ਪਤਨ ਹੋ ਗਿਆ। ਅਗਲਾ ਬੇਟੇ ਜਿਹੜਾ ਇੰਪੋਰਟੈਂਟ ਪ੍ਰਸ਼ਨ ਹੈ ਇਸ ਪਾਠ ਦਾ, ਉਹ ਹੈ ਬੇਟੇ ਧਿਆਨ ਨਾਲ ਸਾਰਿਆਂ ਨੇ ਵੇਖਣਾ ਹੈ। ਉਹ ਕਿਹੜਾ ਹੈ, ਫਾਈਜ਼ਾਨ ਦੁਆਰਾ ਵਰਣਿਤ ਭਾਰਤੀ ਜੀਵਨ ਦਾ ਵਰਣਨ ਕਰੋ। ਤਾਂ ਫਾਈਜ਼ਾਨ ਬਾਰੇ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਚੀਨੀ ਯਾਤਰੀ ਸੀ। ਉਹ ਚੰਦਰਗੁਪਤ ਵਿਕਰਮਾਦਿੱਤਿਆ ਦੇ ਸਮੇਂ ਵਿੱਚ ਬੁੱਧ ਤੀਰਥ ਸਥਾਨਾਂ ਦੀ ਯਾਤਰਾ ਕਰਨ ਦੇ ਬੁੱਧ ਗ੍ਰੰਥਾਂ ਦਾ ਅਧਿਐਨ ਕਰਨ ਦੇ ਲਈ ਭਾਰਤ ਆਇਆ ਸੀ। ਉਸ ਨੇ ਆਪਣੇ ਲੇਖਾਂ ਵਿੱਚ ਉਸ ਸਮੇਂ ਦੇ ਭਾਰਤੀ ਜੀਵਨ ਦਾ ਬਹੁਤ ਸੁੰਦਰ ਵਰਣਨ ਕੀਤਾ ਹੈ। ਉਹ ਲਿਖਦਾ ਹੈ ਕਿ ਲੋਕ ਸਦਾਚਾਰੀ, ਖੁਸ਼ਹਾਲ ਅਤੇ ਦਾਨੀ ਸਨ। ਉਹ ਮਾਸ ਅਤੇ ਨਸ਼ੀਲੇ ਪਦਾਰਥਾਂ ਨੂੰ ਨਫ਼ਰਤ ਕਰਦੇ ਸਨ। ਸਮਾਜ ਵਿੱਚ ਛੂਤ-ਛਾਤ ਦੀ ਭਾਵਨਾ ਬਹੁਤ ਜ਼ਿਆਦਾ ਸੀ। ਉਸ ਸਮੇਂ ਦੀ ਸਰਕਾਰ ਸ਼੍ਰੇਸ਼ਟ ਸੀ ਅਤੇ ਪ੍ਰਜਾ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਦੀ ਸੀ। ਸਜ਼ਾ ਵਧੇਰੇ ਕਠੋਰ ਨਹੀਂ ਸੀ। ਫਿਰ ਵੀ ਲੋਕਾਂ ਨੂੰ ਚੋਰ ਡਾਕੂਆਂ ਦਾ ਕੋਈ ਡਰ ਨਹੀਂ ਰਹਿੰਦਾ ਸੀ। ਸਰਕਾਰੀ ਕਰਮਚਾਰੀ ਯੋਗ ਅਤੇ ਇਮਾਨਦਾਰ ਸਨ। ਪਾਟਲੀਪੁੱਤਰ ਨਗਰ ਦੀ ਸ਼ੋਭਾ ਅਨੋਖੀ ਸੀ। ਇੱਥੇ ਸਥਿਤ ਅਸ਼ੋਕ ਦਾ ਮਹਿਲ ਖਾਸ ਤੌਰ 'ਤੇ ਦੇਖਣਯੋਗ ਸੀ। ਇਸ ਵਿੱਚ ਹਿੰਦੂ ਧਰਮ ਲੋਕਪ੍ਰਿਯ ਹੋਇਆ ਪਰ ਬੁੱਧ ਧਰਮ ਦੀ ਲੋਕਪ੍ਰਿਯਤਾ ਹਾਲੇ ਘੱਟ ਨਹੀਂ ਹੋਈ ਸੀ। ਤਾਂ ਇਹ ਬੇਟੇ ਜਿਹੜਾ ਫਾਈਜ਼ਾਨ ਭਾਰਤ ਦੇ ਬਾਰੇ ਕੀ ਕੁਝ ਲਿਖਦਾ ਗਿਆ। ਗੁਪਤ ਕਲਾ ਦੀ ਚਿੱਤਰਕਲਾ ਦੇ ਨਮੂਨੇ ਕਿੱਥੇ ਮਿਲਦੇ ਹਨ। ਗੁਪਤ ਕਲਾ ਦੀ ਚਿੱਤਰਕਲਾ ਦੇ ਨਮੂਨੇ ਅਜੰਤਾ ਦੀਆਂ ਗੁਫਾਵਾਂ ਦੀਆਂ ਕੰਧਾਂ 'ਤੇ ਮਿਲਦੇ ਹਨ। ਇੱਥੇ ਦੇ ਇੱਕ ਚਿੱਤਰ ਵਿੱਚ ਇੱਕ ਰਾਜਕੁਮਾਰੀ ਨੂੰ ਮੌਤ ਦੀ ਸੇਜ 'ਤੇ ਵਿਖਾਇਆ ਗਿਆ ਹੈ। ਇਸ ਚਿੱਤਰ ਵਿੱਚ ਭਾਵਾਂ ਨੂੰ ਬਹੁਤ ਸੁੰਦਰ ਢੰਗ ਨਾਲ ਉਭਾਰਿਆ ਗਿਆ ਹੈ। ਚਿੱਤਰ ਵੇਖ ਕੇ ਅਜਿਹਾ ਮਾਲੂਮ ਹੁੰਦਾ ਹੈ ਕਿ ਰਾਜਕੁਮਾਰੀ ਦੇ ਰੋਗ ਦਾ ਇਲਾਜ ਨਹੀਂ ਹੋ ਸਕਿਆ ਅਤੇ ਉਹ ਉਸ ਦੇ ਸੰਬੰਧੀ ਆਪਣੀ ਵਿਚਾਰਗੀ ਨੂੰ ਬਹੁਤ ਦੁਖੀ ਹਨ। ਇੱਕ ਹੋਰ ਚਿੱਤਰ ਵਿੱਚ ਗੌਤਮ ਬੁੱਧ ਘਰ ਛੱਡਦੇ ਹੋਏ ਵਿਖਾਇਆ ਗਿਆ ਹੈ। ਚਿੱਤਰ ਵਿੱਚ ਉਹ ਪਤਨੀ ਅਤੇ ਬੱਚੇ ਨੂੰ ਆਖਰੀ ਵਾਰ ਵੇਖ ਰਹੇ ਹਨ। ਇੱਕ ਚਿੱਤਰ ਵਿੱਚ ਮਹਾਤਮਾ ਬੁੱਧ ਨੂੰ ਸੁਜਾਤਾ ਨਾਮੀ ਇਸਤਰੀ ਚਾਵਲ ਖਵਾ ਰਹੀ ਹੈ। ਇਹ ਚਿੱਤਰ ਵਿੱਚ ਮਾਤਾ ਅਤੇ ਪੁੱਤਰ ਵਿਖਾਏ ਗਏ ਹਨ। ਬੱਚੇ ਦੇ ਹੱਥ ਭਿੱਖਿਆ ਦੇ ਲਈ ਫੈਲੇ ਹੋਏ ਹਨ। ਇਹ ਸਾਰੇ ਚਿੱਤਰਕਲਾ ਦੀ ਦ੍ਰਿਸ਼ਟੀ ਨਾਲ ਬਹੁਤ ਹੀ ਮਹੱਤਵਪੂਰਨ ਹਨ। ਇਹਨਾਂ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਚਿੱਤਰਕਲਾ ਇੱਕ ਲੰਬੇ ਸਮੇਂ ਤੋਂ ਵਿਕਸਿਤ ਹੋ ਰਹੀ ਸੀ ਜੋ ਗੁਪਤ ਕਾਲ ਵਿੱਚ ਆਪਣੀ ਉੱਨਤੀ ਦੇ ਸਿਖਰਾਂ 'ਤੇ ਪੁੱਜ ਗਈ। ਤਾਂ ਇਹ ਬੇਟੇ ਜਿਹੜੇ ਇਸ ਪਾਠ ਦੇ ਜਿਹੜੇ ਇੰਪੋਰਟੈਂਟ ਪ੍ਰਸ਼ਨ ਸੀ, ਸਾਰਿਆਂ ਬੱਚਿਆਂ ਨੇ ਕਾਪੀਆਂ 'ਤੇ ਲਿਖਣੇ ਨੇ ਔਰ ਇਹਨਾਂ ਨੂੰ ਯਾਦ ਕਰਨਾ ਹੈ। ਥੈਂਕ ਯੂ ਵੈਰੀ ਮੱਚ।